ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਜੋ ਅੱਜ ਦੀ ਕਥਾ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚੱਲ ਰਹੀ ਹੈ। ਲੜੀਵਾਰ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਜੋ ਅੱਜ ਦੀ ਕਥਾ ਆਪਾਂ ਸ਼ੁਰੂ ਕਰਨੀ ਹੈ। ਰਾਜਾ ਭੀਮ ਚੰਦ ਆਪਦੇ ਮੁੰਡੇ ਦੀ ਜੰਝ ਲੈ ਕੇ ਤੇ ਰਾਜਾ ਫਤਿਹ ਸ਼ਾਹ ਦੇ ਘਰ ਢੁੱਕਣ ਵਾਸਤੇ ਚੱਲਿਆ। ਹੁਣ ਸਤਿਗੁਰੂ ਜੀ ਨੇ ਰਾਜਾ ਭੀਮ ਚੰਦ ਦੇ ਬੱਚਾ ਅਜਮੇਰ ਚੰਦ ਨੂੰ ਛੱਡ ਦਿੱਤਾ ਤੇ ਪੁੱਛਿਆ। ਉਹ ਬੜਾ ਅਧੀਨਗੀ ਦੇ ਨਾਲ ਕਹਿੰਦਾ, ਸਤਿਗੁਰ ਮੈਂ ਤਾਂ ਤੁਹਾਡੇ ਨਾਲ ਹਾਂ, ਜਿਵੇਂ ਕਹੋਗੇ ਮੈਂ ਤਾਂ ਉਵੇਂ ਕਰ ਦੂੰ। ਸਤਿਗੁਰ ਕਹਿੰਦੇ ਤੇਰਾ ਪਿਤਾ ਬੜਾ ਹੰਕਾਰੀ ਹੈ। ਇਹ ਹੁਣ ਕਥਾ ਵਿਚਾਰ ਰਾਜਾ ਫਤਿਹ ਸ਼ਾਹ ਤੇ ਰਾਜਾ ਭੀਮ ਚੰਦ ਦੀ ਆਪਸ ਵਿੱਚ ਵਿਚਾਰ ਵਟਾਂਦਰੇ ਹੋ ਰਿਹਾ, ਉਹ ਅੱਜ ਦੀ ਕਥਾ ਵਿੱਚ ਸੁਣੋ। ਹੁਣ ਭਰੀ ਮਜਲਿਸ ਵਿੱਚ ਉਹਨਾਂ ਨੇ ਸਰਬਸੰਮਤੀ ਨਾਲ ਇਹੋ ਪਾਸ ਕਰ ਦਿੱਤਾ ਕਿ ਰਾਜੇ ਫਤਿਹ ਸ਼ਾਹ ਨੂੰ ਪੁੱਛਿਆ ਜਾਵੇ। ਉਸ ਵੇਲੇ ਰਾਜਾ ਪ੍ਰੋਤ ਪਰਮਾਨੰਦ ਪੰਮੇ ਨੂੰ ਰਾਜੇ ਫਤਿਹ ਸ਼ਾਹ ਕੋਲ ਭੇਜਿਆ ਤੇ ਉਸ ਨੂੰ ਸੱਦ ਲਿਆਇਆ। ਜਦੋਂ ਰਾਜਿਆਂ ਵਿੱਚ ਆ ਬੈਠਾ ਤਾਂ ਉਸ ਦਾ ਦਿਲ ਬੇਤਰਤੀਬਾ ਹੋ ਧੜਕਿਆ। ਜਦੋਂ ਰਾਜਿਆਂ ਵਿੱਚ ਆ ਬੈਠਾ ਤਾਂ ਉਸ ਦਾ ਦਿਲ ਧੜਕਿਆ। ਉਸ ਨੇ ਅਨੁਭਵ ਕੀਤਾ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ। ਭੀਮ ਚੰਦ ਨੇ ਰਾਜੇ ਕਿਰਪਾਲ ਚੰਦ ਨੇ ਅੱਗੇ ਹੋ ਕੇ ਉਸ ਨਾਲ ਸਾਰੀ ਗੱਲ ਕਰ ਦਿੱਤੀ ਕਿ ਉਸ ਨੂੰ ਕਿਉਂ ਸੱਦਿਆ ਗਿਆ ਹੈ। ਜਦੋਂ ਉਹਨੇ ਸਾਰੀ ਗੱਲ ਸੁਣੀ ਤਾਂ ਉਹਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਸ ਦਾ ਸਿਰ ਚਕਰਾਉਣ ਲੱਗ ਪਿਆ। ਉਹ ਮਾਮੂਲੀ ਆਦਮੀ ਨਹੀਂ ਸੀ, ਸਗੋਂ ਇੱਕ ਰਾਜਾ ਸੀ। ਉਸਨੇ ਕਿਹਾ, ਇਹ ਗੱਲ ਸੁਣਨ ਤੋਂ ਪਹਿਲਾਂ ਜੇ ਮੈਂ ਮਰ ਗਿਆ ਹੁੰਦਾ ਤਾਂ ਮੈਨੂੰ ਕੋਈ ਅਫਸੋਸ ਨਾ ਹੁੰਦਾ। ਜਿਸ ਮਹਾਂਪੁਰਖ ਦੇ ਤੁਸੀਂ ਮੈਨੂੰ ਵਿਰੁੱਧ ਕਰਨਾ ਚਾਹੁੰਦੇ ਹੋ, ਉਸ ਨੂੰ ਤਾਂ ਮੈਂ ਆਪਣਾ ਧਾਰਮਿਕ ਆਗੂ ਗੁਰੂ ਮੰਨ ਚੁੱਕਾ ਹਾਂ। ਉਹ ਨਿਰਭੈ ਯੋਧਾ, ਦੇਸ਼ ਦਾ ਰਾਖਾ, ਧਰਮ ਦਾ ਅਵਤਾਰ, ਵਿਸ਼ਨੂੰ ਦਾ ਅਵਤਾਰ। ਮੈਂ ਉਸ ਦੇ ਵਿਰੁੱਧ ਹੋ ਕੇ ਆਪਣਾ ਸੱਤਿਆਨਾਸ਼ ਕਰ ਲਵਾਂ। ਪਰ ਦੂਸਰੇ ਪਾਸੇ ਕੁੜਮਾਚਾਰੀ ਹੈ। ਫਤਿਹ ਸ਼ਾਹ ਸੋਚਣ ਲੱਗ ਗਿਆ, ਜਵਾਨ ਧੀ ਦੇ ਵਿਆਹ ਦਾ ਮਾਮਲਾ ਹੈ। ਜੇ ਤੁਸੀਂ ਸਾਰਿਆਂ ਨੂੰ ਨਾਰਾਜ਼ ਕੀਤਾ ਤਾਂ ਮੇਰੀ ਧੀ ਦਾ ਕੀ ਬਣੇਗਾ? ਕੀ ਉਹ ਸਾਰੀ ਆਜੂ ਕੁਆਰੀ ਬੈਠੀ ਰਹੇਗੀ? ਮੈਂ ਹੱਥ ਜੋੜਦਾ ਹਾਂ, ਪੈਰਾਂ 'ਤੇ ਪੱਗ ਰੱਖਦਾ ਹਾਂ ਕਿ ਸਤਿਗੁਰੂ ਜੀ ਦੀ ਵਿਰੋਧਤਾ ਛੱਡ ਦੇਵੋ। ਉਹ ਪਿਆਰ ਦਾ ਦੇਵਤਾ ਹੈ। ਉਸਨੇ ਤਾਂ ਮੈਨੂੰ ਤੇ ਰਾਜਾ ਮੇਦਨੀ ਪ੍ਰਕਾਸ਼ ਨੂੰ ਮੁੜ ਮਿੱਤਰ ਬਣਾਇਆ। ਉਹ ਕਿਸੇ ਦਾ ਰਾਜ ਭਾਗ ਨਹੀਂ ਖੋਹੇਗਾ। ਉਹ ਕਿਸੇ ਵਾਸਤੇ ਖਤਰਾ ਨਹੀਂ। ਐਵੇਂ ਘਬਰਾਓ ਨਾ। ਉਸਨੇ ਕਦੀ ਗੱਲਬਾਤ ਵਿੱਚ ਤੁਸੀਂ ਲੋਕਾਂ ਨਾਲ ਬੈਰ ਭਾਵ ਪ੍ਰਗਟ ਨਹੀਂ ਕੀਤਾ। ਬਹੁਤ ਅੱਛਾ, ਬਹੁਤ ਅੱਛਾ ਲਾਗੇ ਕਹਿਣ ਰਾਜੇ। ਜੇ ਤੁਸੀਂ ਇੱਕ ਸਾਧ ਨਾਲ ਮਿੱਤਰਤਾ ਰੱਖਣੀ ਹੈ ਤਾਂ ਸਾਨੂੰ ਸਾਫ਼ ਜਵਾਬ ਦੇਵੋ। ਚਲੋ ਵਾਪਸ ਚੱਲਦੇ ਹਾਂ। ਅਸੀਂ ਤੇਰੀ ਧੀ ਦਾ ਡੋਲਾ ਲਿਜਾਂਦੇ ਨਹੀਂ।
ਹੋਰ ਕਿਸੇ ਦੀ ਧੀ ਦਾ ਡੋਲਾ ਲੈ ਜਾਵਾਂਗੇ। ਇਹ ਕੌੜੇ ਬਚਨ ਰਾਜਾ ਭੀਮ ਚੰਦ ਨੇ ਆਖੇ ਫਤਿਹ ਸ਼ਾਹ ਨੂੰ। ਉਸ ਵੇਲੇ ਇੱਕ ਹੋਰ ਰਾਜਾ ਬੋਲ ਪਿਆ। ਉਸਨੇ ਰਾਜੇ ਫਤਿਹ ਸ਼ਾਹ ਦੇ ਅੱਲੇ ਜ਼ਖਮਾਂ ਉੱਤੇ ਲੂਣ ਛਿੜਕ ਦਿੱਤਾ। ਉਸ ਚੰਡਾਲ ਨੇ ਕਿਹਾ, ਮੈਂ ਧੀ ਦਾ ਸਾਕ ਦਿੰਦਾ ਹਾਂ। ਮੇਰੀ ਧੀ ਮਟਿਆਰ ਤੇ ਸੁੰਦਰ ਹੈ। ਰਾਜਕੁਮਾਰੀ ਪਦਮਨੀ। ਇਹ ਸੁਣ ਕੇ ਉਹਦੀਆਂ ਅੱਖਾਂ ਅੱਗੇ ਭੰਬਰ ਤਾਰੇ ਆ ਗਏ। ਉਹ ਬਹੁਤ ਹੈਰਾਨ ਹੋਇਆ। ਉਸਨੇ ਸਾਰਿਆਂ ਵੱਲ ਦੇਖਿਆ। ਉਸਨੂੰ ਨਿਰਾਸਤਾ ਹੋਈ। ਸਾਰੇ ਉਹਦੇ ਵੱਲ ਘੂਰ ਘੂਰ ਦੇਖ ਰਹੇ ਸਨ। ਕੋਈ ਉਹਦਾ ਬੇਲੀ ਨਹੀਂ ਸੀ, ਬੈਰੀ ਸਨ। ਪੱਕੇ ਬੈਰੀ ਪ੍ਰਤੀਤ ਹੋ ਰਹੇ ਸਨ। ਉਸਨੇ ਸਿਰ ਨੀਵਾਂ ਕਰ ਲਿਆ ਤੇ ਉਹ ਸੋਚਾਂ ਦੇ ਵਿੱਚ ਬਹਿਣ ਵਿੱਚ ਰੁੜ ਗਿਆ। ਉਸ ਵੱਲੋਂ ਕੋਈ ਉੱਤਰ ਨਾ ਆਇਆ। ਇਹ ਸੁਣ ਕੇ ਰਾਜੇ ਭੀਮ ਚੰਦ ਨੇ ਆਪਣੇ ਆਦਮੀਆਂ ਨੂੰ ਆਖਿਆ, ਸਮਾਨ ਸਮੋਟੋ, ਤੰਬੂ ਇਕੱਠੇ ਕਰੋ ਤੇ ਲਾਵਾਂ ਤੋਂ ਪਹਿਲਾਂ ਬਿਨਾਂ ਡੋਲੀ ਦੇ ਜੰਝ ਵਾਪਸ ਜਾਵੇਗੀ। ਹੁਣ ਰਾਜਾ ਭੀਮ ਚੰਦ ਰਸਮੀ ਸ਼ਕਤੀ ਵਿੱਚ ਸਾਰਿਆਂ ਨਾਲੋਂ ਤਕੜਾ ਸੀ। ਉਹਦੇ ਸਾਥੀ ਬਹੁਤ ਸਨ। ਜਦੋਂ ਰਾਜੇ ਫਤਿਹ ਸ਼ਾਹ ਨੇ ਉਹਦਾ ਇਹ ਹੁਕਮ ਸੁਣਿਆ ਤਾਂ ਹੈਰਾਨ ਹੀ ਹੋ ਗਿਆ। ਸਗੋਂ ਉਹਦਾ ਦਿਲ ਹਿੱਲ ਗਿਆ। ਉਹ ਤੜਫ ਕੇ ਆਖਣ ਲੱਗਾ, ਰਾਜਾ ਭੀਮ ਚੰਦ ਜੀ, ਇੱਕ ਪਲ ਠਹਿਰੋ। ਮੈਨੂੰ ਸੋਚ ਲੈਣ ਦਿਓ। ਮੈਨੂੰ ਖਾਕ ਵਿੱਚ ਨਾ ਰਲਾਓ। ਘੜੀ ਪਲ ਸੋਚਣ ਪਿੱਛੋਂ ਮੈਂ ਇਹੋ ਸੁਣਨਾ ਚਾਹੁੰਦਾ ਹਾਂ ਕਿ ਉਸ ਸਾਧ ਵੱਲੋਂ ਆਈ ਹੋਈ ਕੋਈ ਵਸਤੂ ਨਹੀਂ ਲਵੋਗੇ ਤੇ ਉਹਦੇ ਵਿਰੁੱਧ ਹੋ ਕੇ ਲੜੋਗੇ। ਮੈਂ ਉਸ ਨੂੰ ਖਤਮ ਕਰਨਾ ਚਾਹੁੰਦਾ ਹਾਂ। ਰਾਜਾ ਭੀਮ ਚੰਦ ਦਾ ਉਸਨੇ ਮੇਰੀ ਨਿਰਾਦਰੀ ਕੀਤੀ ਹੈ। ਮੈਨੂੰ ਹੱਥ ਹੀ ਮੰਗਵਾ ਵੀ ਨਹੀਂ ਦਿੱਤਾ। ਬਹੁਤ ਹੰਕਾਰੀ ਤੇ ਖਤਰਨਾਕ ਬੰਦਾ ਹੈ। ਭੀਮ ਚੰਦ ਦੀ ਚੰਦਰੀ ਜ਼ਬਾਨ ਸਤਿਗੁਰੂ ਦੀ ਨਿੰਦਾ ਕਰੀ ਗਈ। ਉਹ ਪਾਪੀ ਨੇ ਨਰਕਾਂ ਨੂੰ ਜਾਣ ਵਾਸਤੇ ਆਪਣੇ ਨਾਲ ਭਾਰ ਬੰਨ੍ਹ ਲਿਆ। ਸਾਰੇ ਰਾਜੇ, ਨੌਕਰ ਤੇ ਦੇਖਣ ਵਾਲੇ ਹੈਰਾਨ ਸਨ। ਰਾਜ ਭਵਨ ਦੇ ਵਿੱਚ ਸੋਗ ਦੀ ਸੱਫ ਵਿਛ ਗਈ। ਸਾਰਿਆਂ ਨੇ ਕੰਮ ਛੱਡ ਦਿੱਤੇ। ਰਾਜੇ ਫਤਿਹ ਸ਼ਾਹ ਦੇ ਮੂੰਹ ਵੱਲ ਸਾਰੇ ਦੇਖਣ ਲੱਗ ਪਏ ਕਿ ਇਹ ਕੀ ਆਖਦਾ ਹੈ। ਜੇ ਉਹ ਕਹਿ ਦੇਵੇ ਕਿ ਉਸਨੇ ਗੁਰੂ ਜੀ ਦਾ ਸਾਥ ਨਹੀਂ ਛੱਡਣਾ ਤਾਂ ਕੀ ਬਣੇਗਾ। ਸਾਰੇ ਰਾਜ ਵਿੱਚ ਚਰਚਾ ਹੋਵੇਗੀ, ਧੀ ਦਾ ਮਾਮਲਾ ਹੈ। ਇੱਕ ਵਾਰ ਛੱਡੀ ਧੀ ਮੁੜ ਕੇ ਵਿਆਹੀ ਨਹੀਂ ਜਾਵੇਗੀ। ਕੀ ਕੀਤਾ ਜਾਵੇ? ਕਿਸ ਤਰ੍ਹਾਂ ਕਰਨ? ਰਾਜੇ ਫਤਿਹ ਸ਼ਾਹ ਤੇ ਉਹਦੇ ਮਿੱਤਰਾਂ ਸੰਬੰਧੀਆਂ ਤੇ ਉਹਦੇ ਪਰਿਵਾਰ ਨੂੰ ਕੁਝ ਨਹੀਂ ਸੀ ਸੁਝਦਾ। ਉਹ ਕੀ ਕਰੇ ਤੇ ਕੀ ਨਾ ਕਰੇ। ਹੁਣ ਰਾਜਾ ਫਤਿਹ ਸ਼ਾਹ ਵੀ ਡਰ ਗਿਆ। ਦੁਨੀਆਦਾਰੀ ਦੇ ਮਾਮਲੇ ਨੇ ਉਸ ਨੂੰ ਨੱਪ ਲਿਆ। ਉਸਨੇ ਦੁਨੀਆ ਨੂੰ ਰੱਖਣ ਹੇਤ ਦੀਨ ਨੂੰ ਛੱਡਣ ਦਾ ਖਿਆਲ ਕਰ ਲਿਆ। ਪਿਆਰੇ ਸਤਿਗੁਰੂ ਜੀ ਕੋਲੋਂ ਸਦਾ ਲਈ ਦੂਰ ਹੋਣ ਦਾ ਫੈਸਲਾ ਤੇ ਮਨ ਵਿੱਚ ਕਰ ਲਿਆ। ਹੁਣ ਪਿਆਰੇ ਸਤਿਗੁਰੂ ਜੀ ਕੋਲੋਂ ਸਦਾ ਲਈ ਦੂਰ ਹੋਣ ਦਾ ਮਨ ਕਰ ਲਿਆ ਤੇ ਪਰ ਜ਼ਬਾਨ ਕਰਨ ਨਹੀਂ ਸੀ ਦਿੰਦੀ। ਜਿਹੜਾ ਦਾ ਅਸਲੀ ਇਰਾਦਾ ਸੀ ਉਹ ਨਹੀਂ ਸੀ ਇਹ ਕਹਿੰਦਾ। ਮੈਂ ਉਸ ਵੱਲੋਂ ਆਈਆਂ ਵਸਤੂਆਂ ਪ੍ਰਵਾਨ ਨਹੀਂ ਕਰਾਂਗਾ। ਬੋਲਿਆ,
ਮੈਂ ਅਨੰਦਪੁਰ ਵਾਲੇ ਸਤਿਗੁਰੂ ਦਾ ਸਾਥ ਛੱਡਿਆ। ਫਤਿਹ ਸ਼ਾਹ ਨੇ ਇਹ ਗੱਲ ਕਹਿ ਦਿੱਤੀ ਸੀ। ਮੈਂ ਉਸ ਵੱਲੋਂ ਆਈਆਂ ਵਸਤੂਆਂ ਵੀ ਪ੍ਰਵਾਨ ਨਹੀਂ ਕਰਾਂਗਾ। ਮੈਂ ਜਿਵੇਂ ਆਖੋਗੇ ਤਿਵੇਂ ਕਰਾਂਗਾ। ਮੇਰੀ ਧੀ ਦਾ ਡੋਲਾ ਨਾ ਛੱਡੋ। ਮੈਂ ਰਾਜਾ ਹਾਂ, ਮੇਰੀ ਨਿਰਾਦਰੀ ਨਾ ਕਰੋ। ਰਾਜਾ ਭੀਮ ਚੰਦ ਤੇ ਉਹਦੇ ਸਾਥੀ ਖੁਸ਼ ਹੋ ਗਏ। ਖੁਸ਼ੀ ਵਿੱਚ ਉਹ ਉਬਲੇ। ਉਹਨਾਂ ਦੇ ਉਛਲ ਨਾਲ ਸਾਰੇ ਰਾਗ ਰੰਗ ਹੋਣੇ ਸ਼ੁਰੂ ਹੋ ਗਏ। ਸ਼ਹਿਨਾਈਆਂ ਤੇ ਭੇਰੀਆਂ ਨਵੇਂ ਸਿਰਿਓਂ ਨਵੇਂ ਉਤਸ਼ਾਹ ਨਾਲ ਵੱਜਣੀਆਂ ਸ਼ੁਰੂ ਹੋਈਆਂ। ਪਰ ਰਾਜੇ ਫਤਿਹ ਸ਼ਾਹ ਦੇ ਹਿਰਦੇ ਨੂੰ ਲਾਹਣਤਾਂ ਪੈ ਰਹੀਆਂ ਸਨ। ਉਸ ਨੂੰ ਕੋਈ ਗੈਬੀ ਸ਼ਕਤੀ ਆਖ ਰਹੀ ਸੀ, ਰਾਜਾ ਫਤਿਹ ਸ਼ਾਹ, ਤੂੰ ਫਤਿਹ ਸ਼ਾਹ ਨਹੀਂ ਰਿਹਾ, ਸਗੋਂ ਹਾਰ ਬਣ ਗਿਆ ਹੈ। ਭਗਵਾਨ ਦਾ ਸਾਥ ਛੱਡ ਕੇ ਸੰਤਾਨ ਨਾਲ ਰਹਿ ਗਿਓ। ਇੱਕ ਦਿਨ ਆਵੇਗਾ ਜਦੋਂ ਤੈਨੂੰ ਪਛਤਾਉਣਾ ਪਵੇਗਾ। ਤੂੰ ਬਹੁਤ ਮਾੜਾ ਕੀਤਾ। ਤੂੰ ਮੂਰਖ ਹੈ। ਸੋਨੇ ਦੇ ਲਾਲ ਛੱਡ ਕੇ ਪੱਥਰ ਦੇ ਵੱਟਿਆਂ ਨੂੰ ਝੋਲੀ ਪਾ ਲਿਆ। ਪਰ ਕੀ ਕਰਦਾ ਫਤਿਹ ਸ਼ਾਹ ਘਾਬਰ ਕੇ ਰਾਜ ਭਵਨ ਵਿੱਚ ਜਾ ਲੁਕਿਆ। ਦੂਸਰੇ ਪਾਸੇ ਸਤਿਗੁਰੂ ਦੇ ਸਿੱਖਾਂ ਭਾਈ ਨੰਦ ਚੰਦ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਤੰਬੂਲ ਵਸੂਲ ਨਹੀਂ ਕੀਤਾ ਜਾਵੇਗਾ। ਰਾਜੇ ਫਤਿਹ ਸ਼ਾਹ ਨੇ ਵਾਹਿਗੁਰੂ ਜੀ ਦੇ ਵਿਰੁੱਧ ਲੜਨ ਦਾ ਫੈਸਲਾ ਵੀ ਕਰ ਲਿਆ ਹੈ। ਉਹਨਾਂ ਨੇ ਇੱਕਦਮ ਫੈਸਲਾ ਕੀਤਾ ਕਿ ਕੋਈ ਵਸਤੂ ਨਹੀਂ ਦੇਣਗੇ। ਤੰਬੂਲ ਦੀਆਂ ਸਾਰੀਆਂ ਵਸਤੂਆਂ ਸਮੇਟ ਕੇ ਸੰਦੂਕ ਵਿੱਚ ਬੰਦ ਕਰ ਦਿੱਤੀਆਂ। ਸਾਰਾ ਸਮਾਨ ਤੇ ਨਗਦੀ 1.25 ਲੱਖ ਦੇ ਕਰੀਬ ਸੀ। ਲਾਵਾਂ ਫੇਰੇ ਹੋਣ ਤੋਂ ਪਹਿਲਾਂ ਹੀ ਨੰਦ ਚੰਦ ਜੀ ਹੋਰਾਂ ਨੇ ਵਾਪਸ ਪੌਂਟੇ ਨੂੰ ਮੁੜਾਉਣਾ ਦਾ ਫੈਸਲਾ ਕਰ ਲਿਆ। ਖੱਚਰਾਂ ਉੱਤੇ ਭਾਰ ਲੱਦ ਕੇ ਵਾਪਸ ਤੁਰੇ। ਹੁਣ ਸਤਿਗੁਰੂ ਦੇ ਦੀਵਾਨ ਨੰਦ ਚੰਦ ਜੀ ਤੇ ਹੋਰ ਸਿੱਖ ਅਜੇ ਸ੍ਰੀਨਗਰ ਸ਼ਹਿਰ ਤੋਂ ਥੋੜ੍ਹੀ ਦੂਰੀ ਆਏ ਹੋਣਗੇ ਕਿ ਰਾਜਾ ਭੀਮ ਚੰਦ ਦੇ ਭੇਜੇ ਥੋੜ੍ਹੇ ਜਿਹੇ ਬੰਦੇ ਉਹਨਾਂ ਦੇ ਗਲ ਆ ਪਏ। ਪਰ ਅੱਗੇ ਸਿੱਖਾਂ ਨੇ ਚੂੜੀਆਂ ਤੇ ਨਹੀਂ ਪਾਈਆਂ ਹੋਈਆਂ ਸੀ। ਉਹਨਾਂ ਨੇ ਮਿਆਨਾਂ ਵਿੱਚੋਂ ਸ੍ਰੀ ਸਾਹਿਬ ਖਿੱਚ ਲਏ ਤੇ ਲਟੇਰਿਆਂ ਦੇ ਐਸੇ ਮੂੰਹ ਭੰਨੇ ਉਹ ਪਿੱਛੇ ਨੂੰ ਨੱਠ ਉੱਠੇ। ਨੱਠੇ ਵੀ ਐਸੇ ਕਿ ਕਈਆਂ ਦੀਆਂ ਬਾਹੀਂ, ਕਈਆਂ ਦੀਆਂ ਪੱਗਾਂ, ਕਈਆਂ ਦੇ ਸਿਰ ਧੜ ਮੈਦਾਨ ਵਿੱਚ ਰਹਿ ਗਏ। ਪਹਾੜੀਏ ਸਤਿਗੁਰੂ ਦੇ ਸਿੱਖਾਂ ਕੋਲੋਂ ਤੰਬੂਲ ਦੀਆਂ ਵਸਤੂਆਂ ਖੋਹਣ ਆਏ ਸੀ, ਪਰ ਆਪ ਹੀ ਲੁੱਟੇ ਗਏ। ਮੰਦੀ ਦਿਸ਼ਾ ਕਰਾ ਕੇ ਰਾਜਾ ਭੀਮ ਚੰਦ ਦੇ ਅੱਗੇ ਜਾ ਖਲੋਤੇ। ਉਹਨਾਂ ਨੂੰ ਦੇਖ ਕੇ ਉਹ ਬਹੁਤ ਹੈਰਾਨ ਤੇ ਕ੍ਰੋਧਵਾਨ ਹੋਇਆ। ਰਾਜਾ ਭੀਮ ਚੰਦ ਉਸਨੇ ਕਿਹਾ, ਅੱਛਾ, ਵਿਆਹ ਦਾ ਕਾਰਜ ਪੂਰਾ ਹੋਣ ਦਿਓ, ਮੈਂ ਇਸ ਗੁਰੂ ਨਾਲ ਜ਼ਰੂਰ ਨਜਿੱਠਾਂਗਾ। ਹੁਣ ਸਾਧ ਸੰਗਤ ਇੱਥੇ ਭਗਾਣੀ ਦਾ ਯੁੱਧ ਹੋਊਗਾ। ਹੁਣ ਰਾਜਾ ਫਤਿਹ ਸ਼ਾਹ ਦੀ ਧੀ ਦੀ ਸ਼ਾਦੀ ਰਾਜਕੁਮਾਰ ਅਜਮੇਰ ਚੰਦ ਨਾਲ ਹੋ ਗਈ। ਰਾਜਾ ਭੀਮ ਚੰਦ ਤੇ ਰਾਜਾ ਫਤਿਹ ਸ਼ਾਹ ਦੋਵੇਂ ਕੁੜਮ ਬਣ ਗਏ। ਕੁੜਮਾਚਾਰੀ ਦਾ ਮਤਲਬ ਇਹ ਹੋਇਆ ਕਿ ਕਹਿਲੂਰ ਤੇ ਸ੍ਰੀਨਗਰ ਰਿਆਸਤਾਂ ਦੀ ਸ਼ਕਤੀ ਇੱਕ ਹੋ ਗਈ। ਦੋਵੇਂ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਸਤੇ ਪੱਕੇ ਭਾਈ ਬਣ ਗਏ। ਹੁਣ ਰਾਜਾ ਭੀਮ ਚੰਦ ਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਉਹ ਸਤਿਗੁਰੂ ਜੀ ਨਾਲ ਟੱਕਰ ਲਵੇਗਾ। ਉਸ ਦੇ ਕੋਲ ਉਸ ਵੇਲੇ ਪ੍ਰੋਫੈਸਰ ਕਰਤਾਰ ਸਿੰਘ ਐਵੇਂ ਤੇ ਹੋਰ ਵਿਦਵਾਨਾਂ ਦੀ ਲਿਖਤ ਦੇ ਅਨੁਸਾਰ ਹੇਠ ਲਿਖੇ ਮਸ਼ਹੂਰ ਰਾਜੇ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦੀ ਫੌਜ ਵੀ ਸੀ। ਫਤਿਹ ਸ਼ਾਹ ਗੋਪਾਲ ਚੰਦ ਗਰੇਰੀਆ, ਵੀਰ ਸੈਨ ਮੰਡੀ, ਕਿਰਪਾਲ ਚੰਦ ਕਾਂਗੜਾ,
ਕੇਸਰੀ ਸਿੰਘ ਜਸਵਾਲੀਆ, ਦਿਆਲ ਚੰਦ ਕਾਠਗੜ੍ਹ, ਹਰੀ ਚੰਦ ਹੰਡੂਰੀਆ, ਕਰਮਚੰਦ ਗੁਰਭੱਜ ਇੰਦਰੀਆਂ, ਸੰਸਾਰ ਚੰਦ ਨਦੌਣ, ਹਰੀ ਚੰਦ ਕੋਟੀਵਾਲ, ਲੱਛੂ ਚੰਦ ਕਸੌਲੀ। ਇਹਨਾਂ ਸਾਰਿਆਂ ਰਾਜਿਆਂ ਨੂੰ ਇਸ ਕਰਕੇ ਗਰਮ ਕੀਤਾ ਗਿਆ ਸੀ ਕਿ ਸਤਿਗੁਰੂ ਜੀ ਹਿੰਦੂ ਸਨਾਤਨ ਧਰਮ ਦੇ ਵਿਰੁੱਧ ਹਨ, ਪਹਾੜੀ ਰਿਆਸਤਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਮੂਰਖ ਲੋਕ ਸਤਿਗੁਰੂ ਦੇ ਮਿਸ਼ਨ ਨੂੰ ਸਮਝ ਨਾ ਸਕੇ। ਜੇ ਸਮਝ ਜਾਂਦੇ ਤਾਂ ਦੁਸ਼ਮਣ ਬਣਨ ਦੀ ਥਾਂ ਮਿੱਤਰ ਬਣਦੇ। ਤੇ ਅੱਜ ਜ਼ਰੂਰੀ ਸੀ ਕਿ ਸਾਰੇ ਹਿੰਦੁਸਤਾਨ ਦਾ ਨਕਸ਼ਾ ਹੀ ਬਦਲ ਜਾਂਦਾ, ਤਾਂ ਜੋ ਇਤਿਹਾਸ ਅਸੀਂ ਪੜ੍ਹਦੇ ਹਾਂ ਉਹ ਕੁਝ ਹੋਰ ਹੀ ਹੁੰਦਾ। ਹੁਣ ਸਤਿਗੁਰੂ ਦੀ ਆਤਮਿਕ ਸ਼ਕਤੀ, ਬ੍ਰਹਮ ਵਿਦਿਆ ਤੇ ਜੀਵਨ ਦੇ ਉੱਚੇ ਨਿਸ਼ਾਨੇ ਨਾਲ ਜੇ ਕਿਤੇ ਹਿੰਦੂ ਰਾਜਾਂ ਦੀ ਸ਼ਕਤੀ ਮਿਲ ਜਾਂਦੀ ਤਾਂ ਭਾਰਤ ਵਿੱਚ ਅੰਗਰੇਜ਼ੀ ਰਾਜ ਕਾਇਮ ਨਾ ਹੁੰਦਾ ਅਤੇ ਹਿੰਦੁਸਤਾਨ ਏਸ਼ੀਆ ਦੀ ਮਹਾਨ ਸ਼ਕਤੀ ਬਣਿਆ ਹੋਇਆ ਹੁੰਦਾ। ਪੱਥਰਾਂ ਦੀ ਪੂਜਾ ਕਰਕੇ ਪਹਾੜੀ ਰਾਜਿਆਂ ਦਾ ਦਿਲ ਪੱਥਰ ਹੋ ਚੁੱਕਾ ਸੀ। ਮੁਗਲਾਂ ਦੀ ਗੁਲਾਮੀ ਨੇ ਉਹਨਾਂ ਦੇ ਤਨ ਤੇ ਮਨ ਉੱਤੇ ਨਿੱਘਾ ਅਸਰ ਪਾਇਆ ਹੋਇਆ ਸੀ ਕਿ ਉਹ ਚੁੱਪਚਾਪ ਦਿਨ ਕੱਟਣ ਨੂੰ ਹੀ ਜੀਵਨ ਮਨੋਰਥ ਸਮਝਦੇ ਸਨ। ਮੁਗਲ ਤੋਂ ਬਿਨਾਂ ਉਹਨਾਂ ਦੇ ਮਨ ਉੱਤੇ ਬ੍ਰਾਹਮਣ ਦਾ ਰਾਜ ਸੀ, ਜਿਸ ਨੇ ਧਾਰਮਿਕ ਤੇ ਸਮਾਜਿਕ ਬੰਧਨਾਂ ਵਿੱਚ ਬੰਨ੍ਹ ਛੱਡਿਆ ਸੀ। ਵਿਆਹ ਹੋ ਜਾਣ ਦੇ ਪਿੱਛੋਂ ਡੋਲੀ ਤੇ ਲਾੜੇ ਨੂੰ ਰਾਜਾ ਭੀਮ ਚੰਦ ਨੇ ਉੱਪਰਲੇ ਲੰਮੇ ਰਸਤੇ ਘਰ ਨੂੰ ਤੋੜ ਦਿੱਤਾ ਅਤੇ ਆਪ ਉਸਨੇ ਪਾਉਂਟਾ ਸਾਹਿਬ ਨੂੰ ਫਤਿਹ ਕਰਨ ਦਾ ਫੈਸਲਾ ਕਰ ਲਿਆ। ਉਸਨੇ ਇਹ ਵੀ ਵਿਚਾਰੇ ਕਿ ਸਤਿਗੁਰੂ ਜੀ ਦੀ ਅਸਲ ਫੌਜ ਅਨੰਦਪੁਰ ਹੈ। ਸਤਿਗੁਰੂ ਜੀ ਦੀ ਫੌਜ ਅਨੰਦਪੁਰ, ਇੱਥੇ ਪਹਾੜਾਂ ਵਿੱਚ ਫੌਜ ਵੀ ਕੋਲ ਥੋੜ੍ਹੀ ਹੈ ਅਤੇ ਸਿੱਖ ਸੇਵਕੀ ਪੰਜਾਬ ਦੇ ਨਹੀਂ ਪਹੁੰਚ ਸਕਦੇ। ਜਿਹੜੇ ਲੜਨ ਵਾਸਤੇ ਹਥਿਆਰ ਹਨ, ਪਹਾੜ ਦੀ ਜਨਤਾ ਸਤਿਗੁਰੂ ਦੀ ਸਹਾਇਤਾ ਨਹੀਂ ਕਰੇਗੀ। ਉਹਨਾਂ ਨੇ ਇਹ ਵੀ ਚਲਾਕੀ ਖੇਡੀ ਕਿ ਸਤਿਗੁਰੂ ਨੇ ਜੋ ਮੁਸਲਮਾਨ ਪਠਾਨ ਨੌਕਰ ਰੱਖੇ ਸਨ ਉਹਨਾਂ ਨੂੰ ਖਰੀਦਣ ਦਾ ਯਤਨ ਕੀਤਾ। ਪਹਾੜੀ ਰਾਜਿਆਂ ਨੇ ਉਹ ਸੱਚਮੁੱਚ ਹੀ ਖਰੀਦੇ ਗਏ। ਉਹਨਾਂ ਨੇ ਸਤਿਗੁਰੂ ਨੂੰ ਧੋਖਾ ਦੇਣ ਦਾ ਫੈਸਲਾ ਕਰ ਲਿਆ। ਹੁਣ ਦੂਸਰੇ ਪਾਸੇ ਸਤਿਗੁਰੂ ਜੀ ਨੂੰ ਵੀ ਖਬਰਾਂ ਮਿਲ ਗਈਆਂ ਕਿ ਪਹਾੜੀ ਰਾਜਿਆਂ ਨੇ ਨੀਤ ਖੋਟੀ ਹੋ ਗਈ ਹੈ, ਉਹ ਲੜਾਈ ਲੜਨ ਦੀ ਤਿਆਰੀ ਕਰ ਰਹੇ ਹਨ। ਥੋੜ੍ਹੇ ਦਿਨਾਂ ਨੂੰ ਪਾਉਂਟੇ ਉੱਤੇ ਚੜ੍ਹਾਈ ਕਰਕੇ ਆ ਜਾਣਗੇ। ਪਹਾੜਾਂ ਦੇ ਵਿੱਚ ਸੈਨਾ ਇਕੱਤਰ ਹੋ ਰਹੀ ਹੈ। ਫਤਿਹ ਸ਼ਾਹ ਗੁਰੂ ਘਰ ਦਾ ਸ਼ਰਧਾਲੂ ਨਹੀਂ ਰਿਹਾ, ਉਹ ਤਾਂ ਸਗੋਂ ਦੁਸ਼ਮਣ ਬਣ ਗਿਆ ਹੈ, ਆਪ ਚੜ੍ਹਾਈ ਕਰਕੇ ਆ ਰਿਹਾ ਹੈ। ਸਤਿਗੁਰੂ ਨੇ ਬਾਹਰੋਂ ਆਉਣ ਵਾਲੇ ਅਣਸੱਦੇ ਦੁਸ਼ਮਣ ਨਾਲ ਟੱਕਰ ਲੈਣ ਦਾ ਫੈਸਲਾ ਕੀਤਾ ਤੇ ਸੈਨਾ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਸਿੱਖਾਂ ਵੱਲ ਹੁਕਮਨਾਮੇ ਭੇਜ ਦਿੱਤੇ। ਜਿਹੜੇ ਸਿੱਖ ਕੋਲ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਇਉਂ ਹੁਕਮ ਸੁਣਾਇਆ ਕਿ ਰਾਜਾ ਭੀਮ ਚੰਦ ਸਤਿਗੁਰੂ ਨਾਨਕ ਦੇਵ ਜੀ ਦੇ ਡੇਰੇ ਉੱਤੇ ਚੜ੍ਹਾਈ ਕਰਕੇ ਆਇਆ ਹੈ। ਉਹ ਸਤਿਗੁਰੂ ਦੀ ਸਿੱਖੀ ਦੀ ਫੁਲਵਾੜੀ ਨੂੰ ਨਸ਼ਟ ਕਰਨਾ ਚਾਹੁੰਦਾ ਹੈ, ਪਰ ਅਕਾਲ ਪੁਰਖ ਦੀ ਜੋ ਇੱਛਾ ਹੈ ਸੋ ਹੋ ਕੇ ਰਹੇਗਾ। ਅਸਲ ਦਾ ਧਰਮ ਹੈ ਕਿ ਅਸੀਂ ਸਤਿਗੁਰੂ ਜੀ ਦੀ ਸਿੱਖੀ ਦੀ ਫੁਲਵਾੜੀ ਦੀ ਰੱਖਿਆ ਕਰੀਏ। 6ਵੇਂ ਪਾਤਸ਼ਾਹ ਜੀ ਨੇ ਯੁੱਧ ਕੀਤੇ ਸਨ,
ਉਹ ਵੀ ਧਰਮ ਤੇ ਦੇ ਯੁੱਧ ਸਨ ਤੇ ਇਹ ਵੀ ਧਰਮ ਯੁੱਧ ਹੋਵੇਗਾ। ਧਰਮ ਯੁੱਧ ਕਰਨਾ ਹਰ ਇੱਕ ਸੰਤ ਸਿਪਾਹੀ ਦਾ ਧਰਮ ਹੈ। ਅਸੀਂ ਕਿਸੇ ਦਾ ਹੱਕ ਖੋਹਣ ਵਾਸਤੇ ਯੁੱਧ ਨਹੀਂ ਕਰਨਾ, ਸਗੋਂ ਆਪਣੀ ਰੱਖਿਆ ਮਾਤਰ ਲੜਨਾ ਹੈ। ਹੁਣ ਰਾਜਾ ਭੀਮ ਚੰਦ ਦੋਸ਼ੀ ਹੈ ਜੋ ਨਿਰਵੈਰਾਂ ਨਾਲ ਬੈਰ ਕਰਦਾ ਹੈ। ਉਸ ਦੀ ਨੀਤ ਵੀ ਮਾੜੀ ਹੈ। ਉਸਨੇ ਧੋਖੇ ਨਾਲ ਪ੍ਰਸ਼ਾਦੀ ਹਾਥੀ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਸੀ। ਅਸਾਂ ਪ੍ਰਸ਼ਾਦੀ ਹਾਥੀ ਨਾ ਦਿੱਤਾ ਕਿ ਉਹ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਦੀ ਗੁਰੂ ਘਰ ਨਾਲ ਪਿਆਰ ਦੀ ਅਟੱਲ ਨਿਸ਼ਾਨੀ ਹੈ। ਸਾਰੇ ਤਿਆਰ ਹੋਵੋ, ਅਕਾਲ ਪੁਰਖ ਸਹਾਇਤਾ ਕਰੇਗਾ। ਉਹ ਅਸਾਂ ਸਾਰਿਆਂ ਨੂੰ ਮਨਮੁਖ ਨਹੀਂ ਸਮਝਦੇ। ਰਾਜਾ ਨੂੰ ਉੱਚੀ ਕੁਲ ਦਾ ਹੰਕਾਰ ਹੈ, ਉਹਨਾਂ ਦਾ ਹੰਕਾਰ ਆਪਾਂ ਤੋੜਨਾ। ਮਹਾਰਾਜ ਕਹਿਣ ਲੱਗੇ, ਬਸ ਤਿਆਰੀ ਕਰਕੇ ਭਗਾਣੀ ਨਹਿਰ ਦੇ ਲਾਗੇ ਚੱਲ ਡੇਰੇ ਲਾਈਏ। ਦੁਸ਼ਮਣ ਨੂੰ ਆਪਣੇ ਘਰ ਤੋਂ ਬਾਹਰ ਰੋਕਣਾ ਹੀ ਠੀਕ ਆ। ਮਹਾਰਾਜ ਕਹਿੰਦੇ ਸਤਿਗੁਰੂ ਦੇ ਸ਼ਬਦਾਂ ਨੇ ਸੂਰਬੀਰਾਂ ਦੇ ਚਿਹਰਿਆਂ ਨੂੰ ਲਾਲ ਕਰ ਦਿੱਤਾ। ਉਹ ਤਾਂ ਖੁਸ਼ੀਆਂ ਮਨਾਉਣ ਲੱਗੇ, ਪਰ ਜੋ ਡਰਾਕਲ ਤੇ ਕੜਾਹ ਪ੍ਰਸ਼ਾਦ ਖਾਣ ਵਾਲੇ ਛਕਣ ਵਾਲੇ ਸਨ ਤਾਂ ਉਹਨਾਂ ਦੇ ਰੰਗ ਉੱਡ ਗਏ। ਉਦਾਸੀ ਸਾਧੂ ਸਤਿਗੁਰੂ ਜੀ ਦੇ ਨਾਲ ਸਨ। ਉਹਨਾਂ ਸਾਧੂਆਂ ਦੀ ਗਿਣਤੀ 500 ਦੇ ਲਗਭਗ ਸੀ। ਉਹ ਸਾਰੇ ਹੀ ਖਿਸਕ ਤੁਰੇ। ਕੋਈ ਪਾਣੀ ਪੀਣ ਗਿਆ, ਵਾਪਸ ਨਾ ਆਇਆ। ਕੋਈ ਇਸ਼ਨਾਨ ਕਰਨ ਗਿਆ, ਲੋਪ ਹੋ ਗਿਆ। ਕਿਸੇ ਜੰਗਲ ਪਏ ਦਾ ਪਤਾ ਨਾ ਲੱਗਾ। ਸਤਿਗੁਰੂ ਦੇ ਲਾਗੇ ਬੈਠ ਕੇ ਬਹੁਤ ਡੀਂਗਾਂ ਮਾਰਨ ਵਾਲੇ ਤੁਰ ਗਏ। ਹੁਣ ਸਤਿਗੁਰੂ ਤੇ ਸਿੱਖਾਂ ਨਾਲ ਪਿਆਰ ਨਹੀਂ ਸੀ, ਸਗੋਂ ਪੇਟ ਤੇ ਜਾਨ ਨਾਲ ਪਿਆਰ ਸੀ। ਪਰ ਸਤਿਗੁਰੂ ਨੇ ਕੋਈ ਪਰਵਾਹ ਨਾ ਕੀਤੀ। ਉਹਨਾਂ ਨੇ ਬਸ ਇਹ ਬਚਨ ਕੀਤਾ, ਜੋ ਗੁਰੂ ਘਰ ਤੋਂ ਬੋਇਮੁਖ ਹੁੰਦੇ ਹਨ ਹੋਣ ਦਿਓ, ਆਪੋ ਠੀਕ ਹੋ ਜਾਣਗੇ। ਅਕਾਲ ਪੁਰਖ ਸਮੱਤ ਬਖਸ਼ੇਗਾ। ਸ਼ਾਇਦ ਬੁੱਧੂ ਸ਼ਾਹ ਨੇ ਜੋ ਪਠਾਨ ਰਖਾਏ ਸਨ ਉਹ ਵੀ ਰਾਜਿਆਂ ਨਾਲ ਰਲ ਗਏ। ਉਹ ਪੈਸੇ ਲੈ ਕੇ ਵਿਕ ਗਏ। ਉਹਨਾਂ ਨੇ ਛੁੱਟੀਆਂ ਲੈਣੀਆਂ ਆਰੰਭ ਕੀਤੀਆਂ ਅਤੇ ਕਈ ਚੋਰੀ ਨੱਠ ਕੇ ਦੁਸ਼ਮਣ ਦੇ ਨਾਲ ਜਾ ਮਿਲੇ। ਮਾੜੇ ਆਦਮੀ ਸਦਾ ਮਾੜੇ ਰਹਿੰਦੇ ਹਨ। ਸਤਿਗੁਰੂ ਨੇ ਉਹਨਾਂ ਦੀ ਵੀ ਕੋਈ ਪਰਵਾਹ ਨਾ ਕੀਤੀ। ਅੱਗੋਂ ਸੰਗੋ ਸ਼ਾਹ ਨੂੰ ਸੈਨਾਪਤੀ ਬਣਾ ਕੇ ਕਿਹਾ, ਭਾਈ ਸੰਗੋ ਸ਼ਾਹ, ਜਿੰਨੇ ਸਿਦਕੀ ਸਿੱਖ ਹਨ ਓਨੇ ਹੀ ਭਗਾਣੇ ਦੇ ਮੈਦਾਨ ਵਿੱਚ ਲੈ ਚੱਲੋ। ਅਕਾਲ ਪੁਰਖ ਭਲੀ ਕਰੇਗਾ। ਜਮਨਾ ਕਿਨਾਰੇ ਹੀ ਕੰਸ ਦਾ ਹੰਕਾਰ ਕ੍ਰਿਸ਼ਨ ਜੀ ਨੇ ਦੂਰ ਕੀਤਾ ਸੀ। ਤੇ ਜਮਨਾ ਕਿਨਾਰੇ ਅੱਜ ਅਸਾਂ ਨਾਲ ਭੀਮ ਚੰਦ ਤੇ ਫਤਿਹ ਸ਼ਾਹ ਟੱਕਰ ਲੈਣ ਲੱਗਾ ਹੈ। ਕੋਈ ਚਿੰਤਾ ਨਾ ਕਰਿਓ। ਹੁਣ ਰਣਜੀਤ ਨਗਾਰੇ ਉੱਤੇ ਚੋਟਾਂ ਲੱਗ ਗਈਆਂ। ਰਣਜੀਤ ਨਗਾਰੇ ਦੇ ਵੱਜਣ ਨਾਲ ਪਰਬਤ ਗੂੰਜ ਉੱਠੇ, ਧਰਤੀ ਕੰਬ ਉੱਠੀ। ਲੋਕਾਂ ਦੇ ਦਿਲ ਦਹਿਲ ਗਏ। ਦੇਵਤਿਆਂ ਨੇ ਖੁਸ਼ੀ ਕੀਤੀ ਤੇ ਦੈਂਤਾਂ ਦੇ ਘਰੀਂ ਪਿੱਟਣੇ ਪੈ ਗਏ। ਪੌਂਡੇ ਤੋਂ ਸਤਿਗੁਰੂ ਦੇ ਸਿੱਖ ਚੜ੍ਹੇ। ਸਤਿਗੁਰੂ ਜੀ ਦੇ ਮੁਖੀ ਲਾਲ ਚੰਦ, ਕਿਰਪਾਲ ਚੰਦ, ਸੰਗੋ ਸ਼ਾਹ, ਜੀਤਮਲ, ਦਿਆਰਾਮ ਆਦਿਕ ਯੁੱਧ ਕਰਨ ਦੇ ਪੂਰੇ ਸ਼ਸਤਰ ਧਾਰਨ ਕਰਕੇ ਗਏ। ਉਹਨਾਂ ਦੇ ਸਾਹਮਣੇ ਹੋ ਕੇ ਦੁਸ਼ਮਣ ਨੂੰ ਲੜਨਾ ਕਠਿਨ ਸੀ। ਜਦੋਂ ਪਠਾਨ ਖਿਸ ਗਏ ਤਾਂ ਸਤਿਗੁਰੂ ਨੇ ਬੁੱਧੂ ਸ਼ਾਹ ਵੱਲ ਖਤ ਲਿਖਿਆ, ਸਹਿਜ ਜੋ ਪਠਾਨ ਤੁਸਾਂ ਰਖਾਏ ਸਨ ਉਹ ਨਮਕ ਹਰਾਮ ਨਿਕਲੇ।
ਅਮਨ ਵੇਲੇ ਤਨਖਾਹ ਲੈਂਦੇ ਰਹੇ, ਅਤੇ ਜਦੋਂ ਲੜਾਈ ਦਾ ਸਮਾਂ ਆਇਆ ਤਾਂ ਪਿੱਠ ਦਿਖਾ ਕੇ ਭੱਜ ਗਏ। ਜੈ ਨਰੇਸ਼ਨ ਸਾਥ ਮਿਲੇ, ਅਸੀਂ ਨੌਕਰ ਰਖਵਾਏ ਭਲੇ ਹੈ। ਭਏ ਮੂੜ ਮਤ ਨਿਮਕ ਹਰਾਮੀ, ਨਹੀਂ ਕਾਮ ਆਏ ਨਿਜ ਸੁਆਮੀ। ਇਹ ਪੱਤਰਕਾ ਜਾਂ ਸੈਯਦ ਨੇ ਪੜ੍ਹੀ ਤਾਂ ਉਹਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਹ ਸਿਰ ਮਾਰ ਕੇ ਕਹਿਣ ਲੱਗਾ, ਜ਼ਾਲਮਾਂ ਨੇ ਬਹੁਤ ਬਦਨਾਮ ਕਰਾਇਆ ਹੈ। ਇਹ ਕੀ ਕੀਤਾ ਦੁਸ਼ਟਾਂ ਨੇ, ਦੀਨ ਦੁਨੀ ਦੇ ਬਾਲੀ ਨੂੰ ਧੋਖਾ ਦਿੱਤਾ। ਉਹਨਾਂ ਦਾ ਕਿਸ ਯੁੱਗ ਵਿੱਚ ਭਲਾ ਹੋਵੇਗਾ। ਅੱਛਾ, ਮੈਂ ਆਪ ਸਤਿਗੁਰੂ ਦੀ ਸੇਵਾ ਕਰਦਾ ਹਾਂ। ਰਾਜਿਆਂ ਦੀ ਸੈਨਾ ਕਈ ਹਜ਼ਾਰ ਦੀ ਗਿਣਤੀ ਵਿੱਚ ਹੈ, ਕੋਈ ਡਰ ਨਹੀਂ, ਸਤਿਗੁਰੂ ਜੀ ਦੀ ਖੁਦ ਸੇਵਾ ਕਰਾਂਗਾ। ਸੱਯਦ ਬੁੱਧੂ ਸ਼ਾਹ ਤਕੜਾ ਜਗੀਰਦਾਰ ਸੀ। ਉਸ ਦੇ ਕੋਲ ਉਹਦੇ 700 ਮਰੀਦ ਚੰਗੇ ਲੜਨ ਵਾਸਤੇ ਜਵਾਨ ਸਨ। 4 ਉਹਦੇ ਪੁੱਤਰ ਸਨ। 4 ਪੁੱਤਰਾਂ ਤੇ 700 ਜਵਾਨਾਂ ਨੂੰ ਨਾਲ ਲੈ ਕੇ ਤੁਰ ਪਿਆ। ਜਿੰਨੀ ਛੇਤੀ ਹੋਈ ਸਤਿਗੁਰੂ ਜੀ ਦੇ ਹਜ਼ੂਰ ਪੁੱਜਿਆ। ਸੈਯਦ ਦੀ ਮਦਦ ਪੁੱਜਣ ਨਾਲ ਜੋ ਰਾਜਪੂਤ ਰੰਗਜੇਬ ਕੋਲੋਂ ਤੰਗ ਸਨ ਜਾਂ ਰਾਜਿਆਂ ਦੀ ਸੈਨਾ ਵਿੱਚੋਂ ਨੱਠੇ ਹੋਏ ਸਨ, ਉਹ ਵੀ ਸਤਿਗੁਰੂ ਦੇ ਨਾਲ ਆ ਰਲੇ। ਸਤਿਗੁਰੂ ਜੀ ਪਾਸ ਵੀ ਤਕੜੀ ਸੈਨਾ ਇਕੱਤਰ ਹੋਈ। ਭਗਾਣੀ ਦੇ ਲਾਗੇ ਮੋਰਚੇਬੰਦੀ ਕਰਕੇ ਬੈਠ ਗਏ। ਆਖਰ ਦੋਹਾਂ ਦਲਾਂ ਦਾ ਮੁਕਾਬਲਾ ਹੋ ਗਿਆ। ਮੁਕਾਬਲੇ ਵਿੱਚ ਜਿਸ ਤਰ੍ਹਾਂ ਦੀ ਘਮਸਾਨ ਦੀ ਜੰਗ ਹੋਈ, ਤਿਸ ਨੂੰ ਸਤਿਗੁਰੂ ਜੀ ਨੇ ਆਪ ਆਪਣੇ ਬਚਿੱਤਰ ਨਾਟਕ ਗ੍ਰੰਥ ਵਿੱਚ ਇਉਂ ਬਿਆਨ ਕੀਤਾ ਹੈ। ਮਹਾਰਾਜ ਕਹਿੰਦੇ, ਪ੍ਰਜਾਗ ਛੰਦ ਤਹਾਂ ਸਾਹ ਸ੍ਰੀ ਸ਼ਾਹ ਸੰਗਰਾਮ ਕੋਪੇ, ਪੰਚੋ ਵੀਰ ਬੰਕੇ ਪਿਰਥਵੀ ਪਾਏ ਰੋਪੈ, ਹਟੀ ਜੀਤ ਮਲ ਸੋ ਗਾਜੀ ਗੁਲਾਬ, ਰਣ ਦੇਖੀਆ ਰੰਗ ਰੂਪ ਸੁਹਾਵ, ਹਠਿਓ ਮਾਰੀ ਚੰਦ ਗੰਗ ਰਾਮ, ਜਿੰਨੇ ਕਿਤਿਓ ਜੀਤਿਓ ਫੌਜ ਤਾਮ, ਕੂਪੇ ਲਾਲ ਚੰਦ ਕੀਏ ਲਾਲ ਰੂਪ, ਜਿੰਨੇ ਗੱਜੀਏ ਗਰਭ ਸਿੰਘ ਅਨੂਪ, ਕੂਪਿਓ ਮਾਰੂ ਕਾਰੂ ਰੂਪ ਧਾਰੇ, ਜਨੇ ਖਾਨ ਖੁਆਈਓ ਖੇਤ ਮਾਰੇ, ਕੂਪਿਓ ਦੇਵ ਤੇਸ਼ ਦਿਆ ਰਾਮ ਜੁਧੇ, ਕੀਓ ਦਰੋਣ ਕੀ ਜਿਉ ਮਹਾ ਜੁਧ ਸੁਧੇ। ਮਹਾਰਾਜ ਕਹਿੰਦੇ, ਦੋਹਾਂ ਪਾਸਿਆਂ ਦੀ ਸ਼ਾਹੀ ਫੌਜਾਂ ਦਾ ਘੋਰ ਯੁੱਧ ਹੋਣ ਲੱਗਾ। ਮਹਾਬਲੀ 5 ਸੂਰਬੀਰ ਮੈਦਾਨ ਵਿੱਚ ਆਏ। ਬਹੁਤੇ ਹੱਠ ਵਾਲਾ ਜੀਤਮਲ, ਗੁਲਾਬ, ਮਾਰੀ ਚੰਦ ਤੇ ਗੰਗਾ ਰਾਮ ਨੇ ਅੱਗੇ ਅੱਗੇ ਵੱਧ ਕੇ ਰਾਜਿਆਂ ਦੀ ਫੌਜ ਦੇ ਆਹੂ ਲਾਹੇ। ਲਾਲ ਚੰਦ ਨੇ ਕ੍ਰੋਧ ਨਾਲ ਲੜ ਕੇ ਬੈਰੀ ਦੇ ਲਾਲ ਖੂਨ ਨਾਲ ਧਰਤੀ ਰੰਗ ਦਿੱਤੀ। ਉਹ ਸ਼ੇਰ ਦੇ ਸਮਾਨ ਗਰਜਦੇ ਸਨ। ਮਾਰੂ ਨੇ ਵੀ ਕੇਰ ਦਾ ਰੂਪ ਧਾਰਿਆ ਅਤੇ ਵੱਡੇ ਵੱਡੇ ਖਾਨਾਂ ਮੁਸਲਮਾਨਾਂ ਤੇ ਰਾਜੇ ਦੇ ਬੰਦਿਆਂ ਨੂੰ ਮਾਰਿਆ ਸੀ। ਜਿਵੇਂ ਦਰੋਣਾਚਾਰੀਆ ਨੇ ਯੁੱਧ ਕੀਤਾ ਸੀ ਮਹਾਭਾਰਤ ਸਮੇਂ, ਤਿਵੇਂ ਦਿਆ ਰਾਮ ਨੇ ਘੋਰ ਯੁੱਧ ਕੀਤਾ ਹੈ। ਮਹਾਰਾਜ ਕਹਿੰਦੇ, ਕਿਰਪਾਲ ਕੂਪਿਓ ਕੁਤਕ ਸੰਭਾਰੀ, ਹਟੀ ਖਾਨ ਹਜਾਤ ਕੇ ਸੀਸ ਝਾਰੀ, ਉੱਠੀ ਸ਼ਿਸ਼ ਇਛ ਕੱਢਾ ਮੇਜ ਜੋਰ, ਮਨੋ ਮਾਖਨ ਮਟਕੀ ਕਾਨ ਫੋਰ, ਤਹਾਂ ਨੰਦ ਚੰਦ ਕੀਓ ਕੋਪ ਭਾਰੋ, ਲਗਾਈ ਬਾਰਸ਼ੀ ਕਿਰਪਾਨ ਸੰਭਾਰੋ, ਟੁੱਟੀ ਤੇਗ ਤਿੱਖੀ ਕੱਢੇ ਜਮ ਢੰਡ, ਹਠੀ ਰੱਖਿਓ ਲੱਜਵਾਸ ਸਨੌੜ, ਤਹਾਂ ਮਾਤ ਲਈਏ ਕਿਰਪਾਲ ਕ੍ਰੋਧ, ਛਕਿਓ ਸ਼ੋਭ ਛਤਰੀ ਕਰਿਓ ਜੁੱਧ ਸੁਧ, ਸਹੇ ਦੇ ਆਪ ਮਹਾਵੀਰਵਾਨ, ਕਰੋ ਖਾਨ ਬਨੀਨ ਖਾਲੀ ਪਲਾਨ। ਹੁਣ ਕਿਰਪਾਲ ਚੰਦ ਕੁੱਤਕੇ ਨੂੰ ਸੰਭਾਲ ਕੇ ਗਰਜਿਆ ਤੇ ਉਹ ਕੁੱਤਕਾ ਜ਼ੋਰ ਨਾਲ ਹਜਾਤਕਾਂ ਦੇ ਸਿਰ ਵਿੱਚ ਮਾਰੀ ਤੇ ਉਸ ਨੂੰ ਸਦਾ ਦੀ ਨੀਂਦ ਸੌਂਦੇ ਸਵਾ ਦਿੱਤਾ। ਉਹਦੇ ਸਿਰ ਵਿੱਚੋਂ ਮਿੱਝ ਇਸ ਤਰ੍ਹਾਂ ਨਿਕਲੀ ਮਾਨੋ ਕਾਹਨ ਦੇ ਦਹੀਂ ਦੀ ਮਟਕੀ ਤੋੜੀ ਹੈ। ਜਦੋਂ ਐਸਾ ਘੋਰ ਯੁੱਧ ਕਿਰਪਾਲ ਚੰਦ ਕਰ ਰਿਹਾ ਸੀ ਤਾਂ ਨੰਦ ਚੰਦ ਵੀ ਘੱਟ ਨਹੀਂ ਸੀ ਕਰ ਰਿਹਾ। ਉਹ ਕਿਰਪਾਨ ਤੇ ਵਰਸ਼ੀ ਨਾਲ ਦੁਸ਼ਮਣਾਂ ਦਾ ਅੰਤ ਕਰ ਰਿਹਾ ਸੀ।
ਤੇਗ ਦੀ ਮਾਰ ਐਸੀ ਕਰੀ ਜਾਂਦਾ ਸੀ ਕਿ ਆਪਣੇ ਕੁੱਲ ਖਾਨਦਾਨ ਦਾ ਨਾਮ ਰੋਸ਼ਨ ਕਰੀ ਜਾਂਦਾ ਸੀ। ਐਸੇ ਜ਼ੋਰ ਦਾ ਯੁੱਧ ਹੋ ਰਿਹਾ ਸੀ। ਅਨੇਕਾਂ ਘੋੜੇ ਖਾਲੀ ਹੁੰਦੇ ਜਾਂਦੇ ਸਨ ਤੇ ਜਵਾਨ ਧਰਤੀ ਤੇ ਡਿੱਗਦੇ ਜਾਂਦੇ ਸਨ। ਹੁਣ ਮਹਾਰਾਜ ਕਹਿੰਦੇ ਹਠਿਓ ਸਾਹਿਬ ਚੰਦ ਖੇਤ ਖਤਰਾਨ, ਹਨੇ ਖਾਨ ਖੂਨੀ ਖੁਰਾਸਾਨ ਭਾਨ, ਤਹਾਂ ਵੀਰ ਬੰਕੇ ਭਲੀ ਭਾਂਤ ਮਾਰੇ, ਬਚੇ ਪ੍ਰਾਨ ਲੈ ਕੇ ਸਿਪਾਹੀ ਸਧਾਰੇ, ਤਹਾਂ ਸ਼ਾਹ ਸੰਗਰਾਮ ਕੀਨੇ ਖਾਰੇ, ਘਨੇ ਖੇਤਮੋਂ ਖਾਨ ਖੂਨੀ ਲਤਾਰੇ, ਨਿਰਪ ਗੋਪਾਲ ਖਰੋ ਖੇਤ ਰਾਜ ਗਾਜੇ, ਮਿਰਗਾ ਝੁੰਡ ਮਧਿਓ ਮਨੋ ਸਿੰਘ ਰਾਜੇ, ਤਹਾਂ ਏਕ ਵੀਰ ਹਰੀ ਚੰਦ ਕੋਪਿਓ, ਭਲੀ ਭਾਂਤ ਸੋ ਖੇਤਮੋਂ ਪਾਵਾ ਰੋਪਿਓ, ਮਹਾ ਕ੍ਰੋਧ ਕੇ ਤੀਰ तीखे प्रहारे, लगे जौन के ताहां पारे पधारे। ਮਹਾਬਲੀ ਹੱਠ ਵਾਲਾ ਸਾਹਿਬਚੰਦ ਮੈਦਾਨੇ ਜੰਗ ਵਿੱਚ ਛਤਰੀਆਂ ਦੀ ਤਰ੍ਹਾਂ ਗਰਜਿਆ ਤੇ ਕਈਆਂ ਆਕੜ ਖਾਨਾਂ ਨੂੰ ਉਸਨੇ ਮਾਰਿਆ। ਅਨੇਕਾਂ ਵੀਰ ਯੋਧੇ ਨੱਸ ਗਏ, ਸਹਿਜੇ ਸਹਿਜੇ ਮਾਰ ਸੁੱਟੇ। ਅਨੇਕਾਂ ਡਰਦੇ ਹੀ ਜਾਨ ਲੈ ਕੇ ਮੈਦਾਨੇ ਜੰਗ ਵਿੱਚੋਂ ਨੱਸ ਗਏ। ਹੁਣ ਰਾਜਾ ਗੋਪਾਲ ਚੰਦ ਖੇਤ ਵਿੱਚ ਗਰਜਦਾ ਸੀ। ਸਿਪਾਹੀ ਡਰਦੇ ਨੱਸਦੇ ਸਨ, ਜਿਵੇਂ ਸ਼ੇਰ ਨੂੰ ਦੇਖ ਕੇ ਹਰਨਾਂ ਦਾ ਝੁੰਡ ਨੱਸ ਜਾਂਦਾ ਹੈ। ਸਤਿਗੁਰੂ ਜੀ ਦਾ ਸੇਵਕ ਹਰੀਚੰਦ ਉਸ ਥਾਂ ਗਿਆ ਤੇ ਰਾਜੇ ਗੋਪਾਲ ਚੰਦ ਨੂੰ ਉਸਨੇ ਸੋਧਿਆ। ਉਸਨੇ ਐਸੇ ਤੀਰ ਚਲਾ ਕੇ ਰਾਜੇ ਦੇ ਸਾਥੀਆਂ ਦੇ ਦਿਮਾਗ ਟਿਕਾਣੇ ਲਿਆ ਦਿੱਤੇ। ਜਦੋਂ ਇਸ ਤਰ੍ਹਾਂ ਘਮਸਾਨ ਦੀ ਜੰਗ ਹੋ ਰਹੀ ਸੀ ਤਾਂ ਸਤਿਗੁਰੂ ਜੀ ਵੀਰ ਆਛਣ ਹੋ ਕੇ ਉੱਚੇ ਟਿੱਬੇ 'ਤੇ ਤੀਰਾਂ ਨਾਲ ਵੱਡੇ ਵੱਡੇ ਦੁਸ਼ਮਣਾਂ ਨੂੰ ਮਾਰੀ ਜਾਂਦੇ ਸਨ। ਉਹ ਜਿਸ ਪਾਸੇ ਦੇਖਦੇ ਦੁਸ਼ਮਣ ਜ਼ੋਰ ਪਾ ਰਿਹਾ ਹੈ, ਉਸ ਪਾਸੇ ਹੀ ਆਪਣਾ ਬਾਹੂਬਲ ਦਿਖਾਉਂਦੇ। ਸਤਿਗੁਰੂ ਦੇ ਤਿੱਖੇ ਤੀਰ ਦੋ ਦੋ ਸਿਪਾਹੀ ਦੀਆਂ ਜਾਨਾਂ ਲਈ ਜਾਂਦੇ ਸਨ। ਬਹੁਤੇ ਆਕੜਖਾਨਾਂ ਦੀਆਂ ਛਾਤੀਆਂ ਛਲਣੀ ਕਰੀ ਜਾਂਦੇ ਸਨ। ਸਤਿਗੁਰੂ ਤੀਰਾਂ ਦੀ ਮਾਰ ਕੋਈ ਨਹੀਂ ਸੀ ਝੱਲ ਸਕਦਾ। ਸਾਹਿਬ ਫਰਮਾਉਂਦੇ ਨੇ ਕਿ ਹਰੀਚੰਦ ਨੂੰ ਬਹੁਤ ਗੁੱਸਾ ਆਇਆ। ਉਹ ਬਹੁਤ ਤਕੜਾ ਸੂਰਮਾ ਸੀ। ਉਸਨੇ ਬਹੁਤ ਤੀਰ ਛੱਡੇ ਤੇ ਵੱਡੇ ਵੱਡੇ ਦੁਸ਼ਮਣ ਮਾਰ ਕੇ ਧਰਤੀ ਉੱਤੇ ਸੁੱਟੇ। ਉਸ ਵੇਲੇ ਲਹੂ ਦੀਆਂ ਧਾਰਾਂ ਵਹਿੰਦੀਆਂ ਸਨ ਤੇ ਲਹੂ ਵਿੱਚ ਹੀ ਜਵਾਨ ਤਿਲਕਦੇ ਫਿਰਦੇ ਸਨ। ਲੋਹੇ ਨਾਲ ਲੋਹਾ ਖੜਕਦਾ ਸੀ। ਬਹਾਦਰਾਂ ਦੇ ਤੀਰ ਚੱਲਦੇ ਤੇ ਅਨੇਕਾਂ ਬਲੀਆਂ ਨੂੰ ਸਵਰਗ ਲੋਕ ਭੇਜੀ ਜਾਂਦੇ ਸਨ। ਇੱਕ ਦੂਜੇ ਦੀ ਆਵਾਜ਼ ਦਾ ਕੋਈ ਪਤਾ ਨਹੀਂ ਸੀ ਲੱਗਦਾ। ਬਸ ਜ਼ੋਰਾਂ ਨਾਲ ਕਟਾਵਟ ਹੁੰਦੀ ਜਾਂਦੀ ਸੀ। ਭੁਜੰਗ ਪ੍ਰਜਾਤ ਸੰਦ ਵਿੱਚ ਮਹਾਰਾਜ ਲਿਖਦੇ ਆ, ਕਹਿੰਦੇ ਖੁੱਲੇ ਖਾਨ ਖੂਨੀ ਖੁਰਾਸਾਨ ਖੱਗ, ਪਰੀ ਸ਼ਸਤਰ ਧਾਰ ਉੱਠੀ ਝਾਲ ਅੱਗ, ਭਈ ਤੀਰ ਭੀਰ ਕਮਾਨ ਕੜਕੇ, ਗਿਰੇ ਬਾਜ ਤਾਜੀ ਲੱਗੇ ਧੀਰ ਧੱਕੇ, ਬੱਜੀ ਭੇਰਿਓ ਪੁੰਕਾਰ ਧੁਕੇ ਨਗਾਰੇ, ਦਹੂੰ ਉਰ ਕੇ ਵੀਰ ਬੰਕੇ ਬਕਾਰੇ, ਕਰੇ ਬਾਹੂ ਅਘਾਤ ਸ਼ਸਤਰ ਪ੍ਰਹਾਰੇ, ਡੱਕੀ ਡਾਕਣੀ ਚਵੰਡੇ ਚੀਤਕਾਰ, ਕਹਾਂ ਲੱਗੇ ਵਰਨ ਕਰੋ ਮਚਿਓ ਯੁੱਧ ਅਪਾਰ, ਜੋ ਲੁੱਝੇ ਸੁੱਝੇ ਸਵੇ ਭੱਜੇ ਸੂਰ ਹਜ਼ਾਰ। ਨਿਰਾਲੀ ਦਸ਼ਾ ਸੀ ਯੁੱਧ ਦੀ। ਰਾਕੀ ਖੁੱਲ੍ਹੇ ਮੈਦਾਨ ਫਿਰਦੇ ਤੇ ਖੁਰਾਸਾਨ ਦੀਆਂ ਤਲਵਾਰਾਂ ਖੜਕਦੀਆਂ ਸਨ। ਹਥਿਆਰ ਉੱਤੇ ਹਥਿਆਰ ਵੱਜਣ ਨਾਲ ਐਸੀ ਅੱਗ ਨਿਕਲਦੀ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਈ ਹੁੰਦੀ ਹੈ। ਕਿਧਰੇ ਤੀਰਾਂ ਨੇ ਭੀੜ ਲਾਈ ਹੋਈ ਸੀ। ਕਮਾਨਾਂ ਟੁੱਟ ਟੁੱਟ ਜਾਂਦੀਆਂ ਸਨ। ਕਮਾਨਾਂ ਦੇ ਕੜਾਕੇ ਨਿਕਲ ਰਹੇ ਸਨ। ਉਸ ਵੇਲੇ ਢੋਲ ਤੇ ਨਗਾਰੇ ਵੀ ਵੱਜ ਰਹੇ ਸਨ। ਉਹਨਾਂ ਢੋਲਾਂ ਤੇ ਨਗਾਰਿਆਂ ਦੀ ਗਰਜਵੀਂ ਆਵਾਜ਼ ਵਿੱਚ ਦੋਹਾਂ ਪਾਸਿਆਂ ਦੇ ਛਬੀਲੇ ਗੱਭਰੂ ਬੱਕਰੇ ਬੁਲਾਉਂਦੇ, ਚਾਂਗਰਾਂ ਮਾਰਦੇ, ਵੱਧ ਵੱਧ ਕੇ ਲੜਦੇ ਸਨ। ਵੱਧ ਵੱਧ ਕੇ ਹਥਿਆਰਾਂ ਦੇ ਵਾਰ ਹੁੰਦੇ ਸਨ।
ਐਸੀ ਯੁੱਧ ਦੀ ਝਾਕੀ ਸੀ, ਯੁੱਧ ਦੇਖ ਕੇ ਸਾਰੇ ਪਰਬਤ ਵੀ ਚੁੱਪ ਹੋ ਗਏ ਸਨ। ਇੰਨਾ ਯੁੱਧ ਭਿਆਨਕ ਹੋ ਰਿਹਾ ਸੀ ਜਿਸ ਦਾ ਬਿਆਨ ਨਹੀਂ ਹੋ ਸਕਦਾ। ਕੋਈ ਡਿੱਗਦਾ, ਕੋਈ ਮਰਦਾ, ਤੇ ਕਈ ਜ਼ਖਮੀ ਹੁੰਦੇ, ਤੇ ਕਈ ਇੱਧਰ ਉੱਧਰ ਨੱਸੇ ਫਿਰਦੇ ਸਨ। ਹੁਣ ਸਤਿਗੁਰੂ ਜੀ ਪਾਸ ਸੈਨਾ ਥੋੜ੍ਹੀ ਸੀ, ਪਰ ਸੈਨਾ ਦੇ ਸਾਰੇ ਜਵਾਨ ਬੱਬਰ ਸ਼ੇਰ ਸਨ। ਉਹ ਸਤਿਗੁਰੂ ਦੇ ਪ੍ਰੇਮ ਭਗਤੀ ਰੱਖਦੇ ਸਨ। ਭਗਤੀ ਦੇ ਜੋਸ਼ ਨਾਲ ਲੜਦੇ ਸਨ। ਦੂਸਰੇ ਪਾਸੇ ਮਾਗਵੀ ਧਾੜ ਸੀ। ਉਹ ਹਰਨਾਂ ਤੇ ਭੇਡਾਂ ਦੀ ਤਰ੍ਹਾਂ ਸਿੱਖ ਸੂਰਮਿਆਂ ਦੇ ਅੱਗੇ ਫਿਰਦੇ ਸਨ। ਸਤਿਗੁਰੂ ਦੇ ਤੀਰਾਂ ਨੇ ਨੇਕਾਂ ਮੁਖੀਆਂ ਨੂੰ ਘੋੜਿਆਂ ਦੀਆਂ ਕਾਠੀਆਂ ਤੋਂ ਹੇਠਾਂ ਸੁੱਟਿਆ ਸੀ। ਸ਼ੰਗੋ ਸਾਹ ਦੀ ਅਕਲ ਤੇ ਬਹਾਦਰੀ ਨੂੰ ਦੇਖ ਕੇ ਰਾਜਪੂਤਾਂ ਦੇ ਪੈਰ ਹੇਠੋਂ ਜ਼ਮੀਨ ਨਿਕਲ ਗਈ। ਭੁਜੰਗ ਪ੍ਰਜਾਤ ਛੰਦ ਵਿੱਚ ਲਿਖਦਿਆਂ ਮਹਾਰਾਜ ਕਹਿੰਦੇ, ਭੱਜਿਓ ਸ਼ਾਹ ਪਹਾੜ, ਤਾਜੀ ਤਰਪਾਈ ਚੱਲਿਓ, ਬੀਰੀਆ ਤੀਰੀਆ ਚਾ ਚਲਾਏ, ਜਸੋ ਡਡਵਾਲ ਮੁਦ ਕਰੋ ਸੋ ਸਾਹੇ, ਭਜੇ ਸੰਗ ਲੈ ਕੇ ਸੋ ਸਾਰੀ ਛਪਾ, ਚਕੱਤਰ ਚੋਪਿਓ ਚੰਦ ਗਾਜੀ ਚੰਦੇਲ, ਹਠੀ ਹਰੀ ਚੰਦ ਗਹੇ ਹਾਥ ਸੇਲ, ਕਰਿਓ ਸਵਾਮ ਧਰਮ ਮਹਾ ਰੋਸ ਰੁਝਿਓ, ਗਿਰਿਓ ਟੂਕ ਟੂਕ ਹੈ ਇਸੋ ਸੂਰ ਸੁਝਿਓ, ਤਹਾਂ ਖਾਨ ਨਜਾਬ ਤੋਂ ਆਨ ਕਹਿ ਕੇ, ਹਨਿਓ ਸਾਹ ਸੁਗਰਾਮ ਕੋ ਸ਼ਾਸਤਰ ਲੈ ਕੇ, ਕਿਤੇ ਖਾਨ ਬਨੀਨ ਹੂੰ ਆਸਤਰ ਝਾਰੇ, ਸਹੀ ਸ਼ਾਹ ਸੁਗਰਾਮ ਸੁਰਗ ਸਧਾਰੇ, ਮਾਰ ਨਜਾਬਤ ਖਾਨ ਕੋ ਸੰਗੂ ਜੂਝੇ ਜੁਝਾਰ, ਹਾ ਹਾ ਇਹ ਲੋਕੋ ਲੋਕੈ ਭਿਉ ਸੁਰਗ ਲੋਕ ਜੈਕਾਰ। ਹੁਣ 22 ਧਾਰ ਦੇ ਰਾਜਿਆਂ ਦੀ ਹਾਰ ਹੋਣ ਲੱਗੀ। ਉਹਨਾਂ ਦੇ ਪੈਰ ਉਖੜ ਗਏ। ਜਿਹੜੇ ਆਪਣੇ ਆਪ ਨੂੰ ਛਤਰੀ ਤੇ ਲੜਨ ਵਾਲੇ ਰਾਜਪੂਤ ਸਮਝਦੇ ਸਨ, ਉਹ ਗਿੱਦੜਾਂ ਵਾਂਗ ਮੈਦਾਨ ਜੰਗ ਵਿੱਚੋਂ ਨੱਸਣ ਲੱਗੇ। ਭੀਮ ਚੰਦ ਤੇ ਕਿਰਪਾਲ ਚੰਦ ਫਤਿਹ ਸ਼ਾਹ ਆਦਿਕ ਦੀ ਕੋਈ ਪੇਸ਼ ਨਾ ਗਈ। ਫੌਜ ਪਿੱਛੇ ਭੱਜਣ ਲੱਗੀ। ਜਿਸ ਡਡਵਾਲਗੇ ਆਪਣੀ ਸੈਨਾ ਲੈ ਕੇ ਹੀ ਮੈਦਾਨ ਵਿੱਚੋਂ ਨੱਠ ਤੁਰੇ। ਉਹਨਾਂ ਦੇ ਨੱਠਣ 'ਤੇ ਰਾਜਿਆਂ ਦੇ ਪੱਖੀਆਂ ਉੱਤੇ ਬਹੁਤ ਮਾੜਾ ਅਸਰ ਪਿਆ। ਬਹੁਤ ਅਸਰ ਪਿਆ। ਇਸ ਕਰਕੇ ਅੱਗੇ ਵਧੇ, ਹੱਥਾਂ ਪੈਰਾਂ ਵਿੱਚ ਸੇਲੇ ਲੈ ਕੇ ਨੱਠੇ ਜਾਂਦੇ, ਦੁਸ਼ਮਣਾਂ ਦਾ ਪਿੱਛਾ ਕਰੀ ਜਾਂਦੇ ਸਿੱਖ ਸੂਰਮੇ, ਜਿਵੇਂ ਮੂਲੀਆਂ ਤੇ ਗਾਜਰਾਂ ਕੱਟੀ ਦੀਆਂ ਹਨ, ਤਿਵੇਂ ਜਵਾਨ ਕੱਟੇ ਵੱਢੇ ਜਾਂਦੇ ਸਨ। ਹੁਣ ਨਜਾਬਤ ਖਾਂ ਬਹੁਤ ਬਲੀ ਸੀ। ਉਸਨੇ ਬਹੁਤ ਘੋਰ ਯੁੱਧ ਕੀਤਾ। ਤਿਸ ਦਾ ਮੁਕਾਬਲਾ ਕਰਨ ਵਾਸਤੇ ਸ਼ੰਗੂ ਸ਼ਾਹ ਸੂਰਮਾ ਅੱਗੇ ਵਧਿਆ। ਦੋਹਾਂ ਨੇ ਉੱਠ ਕੇ ਜੰਗ ਕੀਤਾ। ਨਜਾਬਤ ਖਾਂ ਮਾਰਿਆ ਗਿਆ, ਪਰ ਸ਼ੰਗੂ ਸ਼ਾਹ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ। ਐਸੇ ਜ਼ਖਮ ਸਨ ਜਿਨ੍ਹਾਂ ਦੀ ਮਲਮ ਪੱਟੀ ਨਾ ਹੋ ਸਕੀ, ਅਤੇ ਉਸ ਨੂੰ ਵੀ ਸ਼ਹੀਦੀ ਪ੍ਰਾਪਤ ਕਰਨੀ ਪਈ। ਉਸ ਦੇ ਸ਼ਹੀਦ ਹੋਣ ਨਾਲ ਸਿੱਖ ਫੌਜ ਵਿੱਚ ਕੁਝ ਅਫਸੋਸ ਹੋਇਆ, ਪਰ ਦੇਵਲੋਕ ਵਿੱਚ ਜੈ ਜੈਕਾਰ ਹੋਣ ਲੱਗੀ। ਬਹਾਦਰ ਸਵਰਗ ਧਾਮ ਨੂੰ ਗਿਆ। ਲੱਖੋ ਸ਼ਾਹ ਸੰਗਰਾਮ ਜੂਝੇ ਜੁਝਾਰ, ਤਬ ਕੀਟ ਬਾਣ ਕਮਾਨ, ਸੰਭਾਰ ਹਾਨਿਓ ਏਕ ਖਾਨ ਖਿਆਲ ਖੰਤਰੀ, ਡਸਿਓ ਸਤਰ ਕੋ ਜਾਨ, ਸਵਾਮ ਭੁਜੰਗ ਗਿਰਿਓ ਭੂਮ ਸੋ ਬਾਣ ਦੂਜੇ ਸੰਭਾਰਿਓ, ਮੁਖੀ ਭੀਖਣ ਖਾਂ ਕੇ ਤਾਨ ਮਾਰਿਓ, ਭਜਿਓ ਖਾਨ ਖੂਨੀ ਰਿਹੋ ਖੇਤ ਤਾਜੀ, ਤਜੇ ਪ੍ਰਾਣ ਤੀਜੇ ਲਗੇ ਬਾਣ ਬਾਜੀ, ਛੁੱਟੀ ਮੂਰਛਾ ਹਰੀ ਚੰਦ ਸੰਭਾਰੇ, ਗਏ ਬਾਣ ਕਮਾਨ ਤੇ ਐਂਚ ਮਾਰੇ, ਲੱਗੇ ਅੰਗ ਜਾ ਕੇ ਰਹੇ ਨਾ ਸੰਭਾਰੇ, ਤਨ ਤਿਆਗ ਦੇਵ ਲੋਕ ਪਧਾਰ, ਦੁਆ ਬਾਣ ਖਿੰਚ ਏਕ ਵਾਰ ਮਾਰੇ,
बलि वीर बजीन ताजी बिदारे, जैसे बाण लगे रहे ना संभारे, तान वेद के ताहे पार सुधारे। ਫਤਿਹ ਸ਼ਾਹ ਨੇ ਦੇਖਿਆ ਜਵਾਨ ਸ਼ਹੀਦ ਹੋ ਰਹੇ ਸਨ। ਜਵਾਨ ਧਨੁੱਖਾਂ ਨੂੰ ਸੰਭਾਲ ਕੇ ਤੀਰ ਚਲਾ ਰਹੇ ਸਨ। ਕਈ ਖਾਨ ਸੂਰਮੇ ਇਸ ਤਰ੍ਹਾਂ ਡਿੱਗ ਰਹੇ ਸਨ ਜਿਵੇਂ ਸੱਪ ਡਿੱਗਦਾ ਹੈ, ਡੰਗਦਾ ਹੈ। ਜੇ ਇੱਕ ਧਰਤੀ ਤੋਂ ਡਿੱਗਦਾ ਤਾਂ ਦੂਸਰਾ ਤੀਰ ਕਮਾਨ ਫੜ ਲੈਂਦਾ। ਭੀਖਣ ਵਰਗੇ ਮਾਰ ਦਿੱਤੇ ਜਿਹੜੇ ਬਲੀ ਸਨ। ਵੱਡੇ ਵੱਡੇ ਖੂਨੀ ਖਾਨ ਮਾਰੇ ਗਏ। ਉਹਨਾਂ ਦੇ ਘੋੜੇ ਰਣ ਭੂਮੀ ਵਿੱਚ ਹੀ ਰਹੇ। ਹਰੀ ਚੰਦ ਨੇ ਯੁੱਧ ਕੀਤਾ, ਗੱਲ ਕੀ ਤੀਰਾਂ ਦੀ ਵਰਖਾ ਵਿੱਚ ਜਵਾਨ ਤੜਫਦੇ ਤੇ ਮਰਦੇ ਰਹੇ। ਜਵਾਨ ਇੰਨੇ ਕ੍ਰੋਧ ਨਾਲ ਤੀਰ ਚਲਾਉਂਦੇ ਕਿ ਜਿਸ ਨੂੰ ਵੱਜਦੇ ਉਹੀ ਥਾਂ ਰਹਿੰਦਾ। ਉਸ ਵੇਲੇ ਕਲਯੋਗਣਾ ਤੇ ਭੂਤ ਪ੍ਰੇਤ ਬੜੇ ਪ੍ਰਸੰਨ ਚਿੱਤ, ਕਿਉਂਕਿ ਉਹਨਾਂ ਨੂੰ ਸੂਰਮਿਆਂ ਦੇ ਮਰਨ ਨਾਲ ਖੂਨ ਮਿਲ ਰਿਹਾ ਸੀ। ਉਸ ਵੇਲੇ ਵੀਰ ਬਤਾਲ ਅਸਮਾਨ ਉੱਤੇ ਗਿਰਜਾਂ ਤੇ ਇੱਲਾਂ ਭੌਂਦੀਆਂ ਸਨ। ਐਸੇ ਸਮੇਂ ਹਰੀਚੰਦ ਗੁੱਸੇ ਨਾਲ ਗਰਜਿਆ। ਉਸਨੇ ਤੀਰ ਕਮਾਨ ਨੂੰ ਸੰਭਾਲਿਆ। ਉਸਨੇ ਕਮਾਨ ਉੱਤੇ ਤੀਰ ਚੜ੍ਹਾਇਆ ਤੇ ਨਿਸ਼ਾਨਾ ਲਿਆ। ਉਸਨੇ ਤੀਰ ਐਸੇ ਜ਼ੋਰ ਨਾਲ ਛੱਡੇ ਕਿ ਕਈਆਂ ਨੂੰ ਘਾਇਲ ਕਰ ਦਿੱਤਾ। ਐਸਾ ਘੋਰ ਯੁੱਧ ਹੋ ਰਿਹਾ ਸੀ। ਉਸ ਯੁੱਧ ਨੂੰ ਦੇਖਣ ਵਾਸਤੇ ਦੇਵੀ ਦੇਵਤੇ ਬਲ ਨਾਲ ਅਨੂਪ ਰਹਿੰਦੇ ਹੋਏ ਖਲੋਤੇ ਦੇਖ ਰਹੇ ਸਨ। ਰਾਜਿਆਂ ਦੇ ਸਿਰਾਂ ਵਿੱਚ ਤਾਂ ਪੱਥਰ ਪੈਂਦੇ ਰਹੇ। ਉਹ ਮੈਦਾਨ ਛੱਡ ਕੇ ਨੱਸ ਜਾਣ ਵਾਸਤੇ ਤਿਆਰ ਹੋ ਗਏ। ਹੁਣ ਮਹਾਰਾਜ ਲਿਖਦੇ ਆ ਰਸਾਵਲ ਸੰਦ ਵਿੱਚ, ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ, ਕਰ ਲੈ ਕਮਾਨ ਹਨ ਬਾਣ ਤਾਣ, ਸਭੇ ਵੀਰ ਧਾਏ ਸਰੋਗ ਚਲਾਏ, ਤਵੇ ਤਾਕਬਾਨ ਹਨਿਓ ਏਕ ਜਵਾਨ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਸੋ ਕਰੋੜ ਕਰੋੜੀਆ ਬਹੇ ਕਾਲ ਘਾਏ, ਰਣ ਤਿਆਗ ਭਾਗੇ ਸਭੇ ਤਰਾਸ ਪਾਗੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣ ਜੀਤ ਆਏ, ਜਹਾਂ ਗੀਤ ਗਾਏ ਧਨ ਧਾਰ ਵਰਖੇ ਸਭੇ